ਭਾਰਤ ਸਰਕਾਰ ਦੇ ਵੱਲੋਂ ਜੋ ਵੱਡਾ ਫੈਸਲਾ ਲਿਆ ਗਿਆ ਜੋ ਕਿ ਸਿੱਖਾਂ ਦੇ ਹਿੱਤ ਦੇ ਵਿੱਚ ਭਾਰਤ ਸਰਕਾਰ ਨੇ ਕੁਝ ਨੇੜਤਾ ਵਧਾਉਣੀ ਸ਼ੁਰੂ ਕੀਤੀ ਹੈ। ਮੋਦੀ ਸਾਹਿਬ ਨੇ ਪਿਛਲੇ ਦਸੰਬਰ 'ਚ ਹੀ ਐਲਾਨ ਕਰਤਾ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਭਾਰਤ ਸਰਕਾਰ ਵੱਡੀ ਪੱਧਰ ਤੇ ਮਨਾਏਗੀ। ਇਹ 2 ਦਿਨਾਂ ਦੇ ਵਿੱਚ 400 ਜਥਾ ਕੀਰਤਨ ਕਰਨ ਵਾਸਤੇ ਜਾਏਗਾ। 400। ਦਿਲਚਸਪ ਗੱਲ ਇਹ ਹੈ ਕਿ ਇਹ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਆਪਣੇ ਮੰਤਰੀ ਮੰਡਲ ਨੂੰ ਲੈ ਕੇ ਸ਼ਮੂਲੀਅਤ ਕਰ ਰਹੇ ਨੇ। ਸਿੱਖਿਆ ਮੰਤਰੀ ਦੀ ਕੋਠੀ ਦੇ ਸਾਹਮਣੇ ਧਰਨਾ ਦੇਣ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ। ਅਧਿਆਪਕ ਜਿਹੜੇ ਉੱਥੇ ਧਰਨਾ ਦੇਣ ਗਏ ਨੇ ਜੀ, ਇਹ ਵਿਭਾਗੀ ਤੌਰ ਤੇ ਛੁੱਟੀ ਲੈ ਕੇ ਗਏ ਨੇ। ਉਹ ਕਹਿੰਦੇ ਛੁੱਟੀ ਹੁੰਦੀ ਹੈ ਕਿਸੇ ਘਰੇਲੂ ਕੰਮ ਜਾਣਾ ਜਾਂ ਕਿਤੇ ਹੋਰ ਜਾਣਾ ਹੈ, ਤੁਸੀਂ ਸਰਕਾਰ ਨਾਲ ਚਤਰਾਈਆਂ ਕਰਦੇ ਹੋ। ਇਹ ਸਰਕਾਰ ਨੇ ਜਿਹੜੀਆਂ ਚਤਰਾਈਆਂ ਕੀਤੀਆਂ ਸੀ ਨਾ, ਸਿੱਖਿਆ ਵਿਭਾਗ ਨੇ ਇਹਨਾਂ ਮਾਸਟਰਾਂ ਨੂੰ ਕਿਹਾ ਕਿ ਛੁੱਟੀਆਂ ਲੈ ਕੇ ਚਤਰਾਈ ਸਾਡੇ ਨਾਲ ਕਰਦੇ ਹੋ। ਬਿਲਕੁਲ ਜੀ। ਸੋ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਦੇ ਸਹਾਇਕ ਡਾਇਰੈਕਟਰ ਹੈ, ਵਧੀਕ ਡਾਇਰੈਕਟਰ ਹੈ, ਉਹਨਾਂ ਨੇ ਪੱਤਰ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲਿਖਤਾ ਕਿ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਹੁਣ ਦੀ ਗੱਲ ਕੀਤੀ ਜਾਵੇ ਤਾਂ ਰਜਿੰਦਰਾ ਹਸਪਤਾਲ ਦੀ ਟੈਸਟ ਲੈਬੋਰਟਰੀ ਦੇ ਵਿੱਚ ਕਿੱਟਾਂ ਦੀ ਘਾਟ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਿ ਜੇ ਉੱਥੇ ਕਿੱਟਾਂ ਦੀ ਘਾਟ ਹੈ, ਇਹ ਟੈਸਟ ਕਿਵੇਂ ਹੋਣਗੇ। ਲੋਕਾਂ ਦੇ ਵਿੱਚ ਇੱਕ ਚਰਚਾ ਹੈ ਰੀਨਾ ਜੀ, ਪ੍ਰਾਈਵੇਟ ਲੈਬੋਰਟਰੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਟੈਸਟ 100 ਰੁਪਏ ਦਾ ਹੁੰਦਾ ਹੈ, ਉਹ ਰਜਿੰਦਰਾ ਹਸਪਤਾਲ ਦੇ ਵਿੱਚ 50 ਜਾਂ 60 ਚ ਹੁੰਦਾ ਹੈ। ਇੱਕ ਕੇਸੀਆਰ ਦਾ ਟੈਸਟ ਹੈ 300 ਰੁਪਏ ਦਾ ਹੁੰਦਾ ਬਾਹਰਲੀ ਲੈਬੋਰਟਰੀ 'ਚ, ਉੱਥੇ ਉਹ 100 ਰੁਪਏ ਦਾ ਹੁੰਦਾ। ਕਿਤੇ ਇਹ ਮਿਲੀ ਭੁਗਤ ਨਾਲ ਤਾਂ ਨਹੀਂ ਉੱਥੋਂ ਸਮਾਨ ਖਤਮ ਕੀਤਾ ਜਾਂਦਾ ਕਿ ਲੋਕ ਬਾਹਰ ਜਾ ਕੇ ਲੁੱਟ ਕਰਾਉਣ। ਸੋ ਇਸ ਦੇ ਨਾਲ ਹੀ ਢਿੱਲੋਂ ਜੀ ਗੱਲਬਾਤ ਕਰਾਂਗੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ। ਲਗਾਤਾਰ ਇਹ ਮਾਮਲਾ ਖੂਬ ਗਰਮਾਇਆ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਹਰਸਿਮਰਤ ਕੌਰ ਬਾਦਲ ਦੀ ਤਾਂ ਉਹਨਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਲੋਕ ਸਭਾ ਦੇ ਵਿੱਚ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮੁੱਦਾ ਚੁੱਕਿਆ। ਬੀਬੀ ਜੀ ਆਪਾਂ 7 ਸਾਲ ਮੰਤਰੀ ਰਹੇ। ਬਿਲਕੁਲ ਜੀ। ਇਹ ਸਜ਼ਾ ਦਵਿੰਦਰਪਾਲ ਸਿੰਘ ਭੁੱਲਰ ਨੇ ਅੱਜ ਪੂਰੀ ਕੀਤੀ ਹੈ। ਅੱਜ ਲੋਕਾਂ ਨੇ ਕਮੈਂਟ ਪਾਏ ਹੋਏ ਨੇ ਜਿੱਥੇ ਬੀਬੀ ਜੀ ਬੋਲ ਰਹੇ ਨੇ ਕਿ ਹੁਣ ਇਹਨਾਂ ਨੂੰ ਕਿਵੇਂ ਯਾਦ ਆ ਗਈ। ਕਿਉਂ? ਹੁਣ ਇਹ ਸਿੱਖ ਮੁੰਡੇ ਉਭਾਰ ਕੇ ਦੁਬਾਰਾ ਆਪਦੇ ਮੂੰਹ ਤੇ ਪੰਥਕ ਮਖੌਟਾ ਫੇਰ ਪਾਉਣਾ ਚਾਹੁੰਦੇ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਖਾਸ ਰਹਿਣ ਵਾਲੇ ਨੇ ਜਿਸ ਤੇ ਚਰਚਾ ਕਰਾਂਗੇ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਇਹ ਮੁੱਦਾ ਚੁੱਕਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਸਰਕਾਰ ਦੇ ਵੱਲੋਂ ਜੋ ਵੱਡਾ ਫੈਸਲਾ ਲਿਆ ਗਿਆ, ਆਖਿਰ ਉਹ ਕੀ ਫੈਸਲਾ ਜੋ ਕਿ ਸਿੱਖਾਂ ਦੇ ਹਿੱਤ ਦੇ ਵਿੱਚ ਲਿਆ ਗਿਆ, ਉਸ ਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਰਜਿੰਦਰਾ ਹਸਪਤਾਲ ਦੀ। ਲਗਾਤਾਰ ਦੇਖਿਆ ਜਾ ਰਿਹਾ ਕਿ ਰਜਿੰਦਰਾ ਹਸਪਤਾਲ ਦੀ ਟੈਸਟ ਲੈਬੋਰਟਰੀ 'ਚ ਕਿੱਟਾਂ ਦੀ ਲਗਾਤਾਰ ਘਾਟ ਪੈਂਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਭਾਰਤ ਸਰਕਾਰ ਦੇ ਵੱਲੋਂ ਜੋ ਵੱਡਾ ਫੈਸਲਾ ਲਿਆ ਗਿਆ ਜੋ ਕਿ ਸਿੱਖਾਂ ਦੇ ਹਿੱਤ ਦੇ ਵਿੱਚ। ਭਾਰਤ ਸਰਕਾਰ ਨੇ ਪਹਿਲਾਂ ਤੋਂ ਹੀ ਕੁਝ ਨੇੜਤਾ ਵਧਾਉਣੀ ਸ਼ੁਰੂ ਕੀਤੀ ਹੈ ਸਿੱਖਾਂ ਦੇ ਨਾਲ। ਪ੍ਰਧਾਨ ਮੰਤਰੀ ਮੋਦੀ ਸਾਹਿਬ ਇਸ ਵਾਰੀ ਦਸੰਬਰ ਦੇ ਮਹੀਨੇ ਦੇ ਵਿੱਚ ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਦਸੰਬਰ ਦੇ ਵਿੱਚ ਜੀ, ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਹਰ ਸਾਲ 25 ਦਸੰਬਰ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਕਰਾਂਗੇ। ਉਸ ਦਿਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਵਾਂਗੇ ਵੀ ਉਹ ਕੌਣ ਸੀ। ਚੰਗਾ ਕਦਮ ਹੈ। ਇਸ ਵਾਰ 20 ਤੇ 21 ਅਪ੍ਰੈਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 400 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਨਾ 400 ਸਾਲਾ ਪ੍ਰਕਾਸ਼ ਦਿਹਾੜਾ, ਜਨਮ ਦਿਹਾੜਾ ਆ ਰਿਹਾ। ਸ਼ਹੀਦੀ ਦਿਹਾੜਾ ਤਾਂ ਉਹਨਾਂ ਦਾ ਨਵੰਬਰ 'ਚ ਹੁੰਦਾ ਹੈ। ਮੋਦੀ ਸਾਹਿਬ ਨੇ ਪਿਛਲੇ ਦਸੰਬਰ 'ਚ ਹੀ ਐਲਾਨ ਕਰਤਾ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਭਾਰਤ ਸਰਕਾਰ ਵੱਡੀ ਪੱਧਰ ਤੇ ਮਨਾਏਗੀ। ਜੀ।
ਇਸ ਵਾਰ ਕਹਿੰਦੇ ਲਾਲ ਕਿਲੇ ਦੇ ਸਾਹਮਣੇ ਜਿਹੜਾ ਵੱਡਾ ਮੈਦਾਨ ਹੈ, ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਕੋਈ ਵੀ ਪ੍ਰਧਾਨ ਮੰਤਰੀ ਲਾਲ ਕਿਲੇ ਦੇ ਉੱਤੇ ਝੰਡਾ ਝੁਲਾ ਕੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੰਦੇ ਨੇ, ਬਿਲਕੁਲ ਉਹਦੇ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਸੀਸਗੰਜ ਸਾਹਿਬ ਹੈ। ਇਹ ਉਹ ਸਥਾਨ ਹੈ ਜਿੱਥੇ ਉਸ ਵੇਲੇ ਦੀ ਹਕੂਮਤ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੀ ਸ਼ਹੀਦ ਕਰ ਦਿੱਤਾ ਸੀ। ਉੱਥੋਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਏ ਸਨ। ਗੁਰੂ ਸਾਹਿਬ ਦਾ 400 ਸਾਲਾ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਜਿਹੜੇ ਪੰਥ ਦੇ ਠੇਕੇਦਾਰ ਸੀ ਪਹਿਲਾਂ, ਇਹ ਕਾਫੀ ਗਲਬਾ ਪਾਈ ਬੈਠੇ ਸੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਆਸੇ-ਪਾਸੇ। ਸਮੇਂ ਨੇ ਉਹਨਾਂ ਨੂੰ ਦੂਰ ਕਰ ਦਿੱਤਾ। ਉਹਨਾਂ ਦੀ ਥਾਂ ਤੇ ਮਨਜਿੰਦਰ ਸਿੰਘ ਸਿਰਸਾ ਤੇ ਮੌਜੂਦਾ ਜਿਹੜੀ ਮੈਨੇਜਮੈਂਟ ਕਮੇਟੀ ਹੈ ਗੁਰਦੁਆਰਾ ਸਾਹਿਬਾਨਾਂ ਦੀ ਦਿੱਲੀ ਦੇ ਵਿੱਚ, ਉਹ ਮੋਦੀ ਸਾਹਿਬ ਦੇ ਬਹੁਤ ਨੇੜੇ ਹੋ ਗਏ। ਔਰ ਅਸੀਂ ਦੇਖਿਆ ਪਿਛਲੇ ਦਿਨਾਂ ਤੋਂ ਮੋਦੀ ਸਾਹਿਬ ਸਿੱਖ ਜਥੇਬੰਦੀਆਂ ਦੇ ਨਾਲ ਕਾਫੀ ਮੀਟਿੰਗਾਂ ਵਗੈਰਾ ਕਰਦੇ ਆ। ਇਹ 2 ਦਿਨਾਂ ਦੇ ਵਿੱਚ 400 ਜਥਾ ਕੀਰਤਨ ਕਰਨ ਵਾਸਤੇ ਜਾਏਗਾ। 400 ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਹੈ ਤੇ 400 ਜਥਾ ਹੀ ਉੱਥੇ ਕੀਰਤਨ ਸਰਵਣ ਕਰਾਏਗਾ ਸੰਗਤਾਂ ਨੂੰ। ਦਿਲਚਸਪ ਗੱਲ ਇਹ ਹੈ ਕਿ ਇਹ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਆਪਣੇ ਮੰਤਰੀ ਮੰਡਲ ਨੂੰ ਲੈ ਕੇ ਸ਼ਮੂਲੀਅਤ ਕਰ ਰਹੇ ਨੇ ਜੀ। ਇਸ ਪ੍ਰਕਾਸ਼ ਦਿਹਾੜੇ ਨੂੰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਭਾਰਤ ਸਰਕਾਰ, ਮੇਰਾ ਖਿਆਲ ਦਿੱਲੀ ਸਰਕਾਰ ਨੂੰ ਵੀ ਨਾਲ ਲੈ ਲੈਣਾ ਚਾਹੀਦਾ, ਸ਼ਾਇਦ ਹੋਵੇ। ਇਹ ਸਾਰੇ ਮਿਲ ਕੇ ਇਹਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾ ਰਿਹਾ ਹੈ। ਮੈਂ ਸਮਝਦਾ ਕਿ ਭਾਰਤ ਸਰਕਾਰ ਨੇ ਇਸ ਨੂੰ ਅਪਣਾ ਕੇ ਇਹਦਾ ਸਹਿਯੋਗ ਦੇ ਕੇ ਬਹੁਤ ਵੱਡਾ ਕੰਮ ਕੀਤਾ ਹੈ। ਚੰਗਾ ਹੋਵੇ ਮੋਦੀ ਸਾਹਿਬ ਉਸ ਦਿਨ ਕੁਝ ਐਲਾਨ ਵੀ ਕਰ ਦੇਣ ਸਿੱਖਾਂ ਦੇ ਹੱਕ ਦੇ ਵਿੱਚ। ਜਿਵੇਂ ਸੁਲਤਾਨਪੁਰ ਲੋਧੀ ਦੇ ਵਿੱਚੋਂ ਆਏ, ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਵੀ ਉਹਨਾਂ ਨੇ ਕੁਝ ਐਲਾਨ ਕੀਤੇ ਸੀ, ਕੁਝ ਕਿਹਾ ਸੀ ਕਿ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਕਰਾਂਗੇ, ਪਰ ਉਹ 2 ਸਾਲ ਹੋ ਗਏ, ਮਸਲਾ ਸਿਰੇ ਨਹੀਂ ਲੱਗਿਆ ਕਿਤੇ। ਅੱਜ ਉਹ ਜਿਹੜੇ ਛੱਡ ਗਏ ਨੇ, 5 ਅਪ੍ਰੈਲ ਹੋ ਗਈ ਹੈ, ਦਿਨ ਤਾਂ 15 ਰਹਿ ਗਏ ਨੇ ਵਿੱਚ ਜੀ। ਇਹ 2 ਹਫ਼ਤਿਆਂ ਦੇ ਵਿੱਚ ਉਹਦੀ ਤਿਆਰੀ ਕਰਕੇ ਜਿਹੜਾ ਐਲਾਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਸੀ, ਚੰਗਾ ਹੋਵੇ ਕਿ ਉਹਦਾ ਅਮਲੀ ਜਾਮਾ ਪਹਿਨਾ ਕੇ ਇਹਨੂੰ ਹੁਣ ਲਾਗੂ ਕਰ ਲਿਆ ਜਾਵੇ। ਸੋ ਇੱਕ ਚੰਗਾ ਕਦਮ ਹੈ ਜੀ ਜਿਹੜਾ ਭਾਰਤ ਸਰਕਾਰ ਵੱਲੋਂ ਲਿਆ ਜਾ ਰਿਹਾ ਹੈ। ਇਹਦੇ ਨਾਲ ਸਿੱਖਾਂ ਦੇ ਮਨਾਂ ਵਿੱਚ ਜਿਹੜੀਆਂ ਦੂਰੀਆਂ ਸੀ ਉਹ ਹੋਰ ਨੇੜੇ ਹੋਣਗੀਆਂ। ਇੱਕ ਵੱਡਾ ਕਦਮ ਕੀਤਾ ਹੈ। ਇਹਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲੀ ਹੋਵੇ, ਉਹਨਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਜਿਹੜੀਆਂ ਸ਼ਤਾਬਦੀਆਂ ਨੇ ਬਿਰਲੇ ਲੋਕਾਂ ਦੇ ਕੋਲ ਆਉਂਦੀਆਂ ਨੇ। ਰੀਨਾ ਜੀ ਤੁਸੀਂ ਹੋਏ, ਅਸੀਂ ਹੋਏ, ਆਪਾਂ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਦੇਖਿਆ। ਅਸੀਂ ਲੋਕਾਂ ਨੇ ਗੁਰੂ ਖਾਲਸਾ ਪੰਥ ਦਾ 300 ਸਾਲਾ 1999 ਦੇ ਵਿੱਚ ਭਾਵੇਂ ਛੋਟੇ ਹੋਣਗੇ ਉਹ ਵੀ ਦੇਖਿਆ। ਅਸੀਂ ਗੁਰੂ ਨਾਨਕ ਦੇਵ ਜੀ ਦਾ 2019 ਦੇ ਵਿੱਚ 550 ਸਾਲਾ ਪ੍ਰਕਾਸ਼ ਦਿਹਾੜਾ ਉਹ ਵੀ ਦੇਖਿਆ। ਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਅਸੀਂ ਆਪ ਪ੍ਰਮਾਤਮਾ ਕਰੇ ਸਾਰਿਆਂ ਨੂੰ ਉਹ ਸਾਰੇ ਦੇਖਣ, ਤੰਦਰੁਸਤ ਰਹਿਣ ਤੇ ਦੇਖਣ। ਇਹ ਸਾਡੀ ਆਸ ਹੈ ਤੇ ਦੁਆ ਹੈ।
ਜੀ ਢਿੱਲੋਂ ਜੀ, ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜੋ ਕਿ ਵਿਦਿਆਰਥੀਆਂ ਦੇ ਹਿੱਤ ਦੇ ਵਿੱਚ ਹੈ, ਕਿਉਂਕਿ ਜਦੋਂ ਵਿਦਿਆਰਥੀ ਨੂੰ ਸਰਟੀਫਿਕੇਟ ਲੈਣਾ ਪੈਂਦਾ ਸੀ ਉਸ ਵਕਤ ਉਹਨਾਂ ਨੂੰ ਫੀਸ ਦੇਣੀ ਪੈਂਦੀ ਸੀ, ਜਿਸ ਨੂੰ ਲੈ ਕੇ ਮਾਨ ਸਰਕਾਰ ਨੇ ਇਸ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾਇਆ ਜੋ ਕਿ ਵਿਦਿਆਰਥੀਆਂ ਦੇ ਹਿੱਤ ਵਿੱਚ ਹੈ। ਵੱਡੀ ਰਾਹਤ ਮਿਲੀ ਹੈ ਕਿ ਉਹ ਫੀਸ ਨੂੰ ਖਤਮ ਕਰ ਦਿੱਤਾ ਹੈ। ਪਹਿਲਾਂ ਕਹਿੰਦੇ ਇਹ 300 ਰੁਪਇਆ ਫੀਸ ਲਈ ਜਾਂਦੀ ਸੀ ਜੀ, ਪਿੱਛੇ ਜੇ ਫੀਸ ਵਧਾ ਕੇ 800 ਰੁਪਏ ਕਰ ਦਿੱਤੀ ਗਈ। ਇਹ ਸਿੱਖਿਆ ਵਿਭਾਗ ਦਾ ਨਾਦਰਸ਼ਾਹੀ ਫਰਮਾਨ ਸੀ। ਆਪਾਂ ਸਾਰਿਆਂ ਨੇ ਇਹਦੀ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਜੀ, ਤੇ ਇਹਦੀ ਨਿੰਦਿਆ ਵੀ ਕੀਤੀ ਸੀ। ਬਿਲਕੁਲ। ਔਰ ਜੇ ਸਰਕਾਰ ਨੇ ਇਹ 800 ਰੁਪਇਆ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਤਾਂ ਜਿਹੜਾ ਸੰਘਰਸ਼ ਲੋਕਾਂ ਨੇ ਕੀਤਾ, ਆਪਾਂ ਗੱਲ ਅੱਗੇ ਰੱਖੀ, ਸਾਡੀ ਗੱਲ ਸਰਕਾਰ ਤੱਕ ਪਹੁੰਚੀ ਔਰ ਭਗਵੰਤ ਮਾਨ ਸਾਹਿਬ ਨੇ ਅੱਜ ਐਲਾਨ ਕਰਤਾ ਕਿ ਉਹ 800 ਰੁਪਇਆ ਨਹੀਂ ਲਿਆ ਜਾਵੇਗਾ। ਇਹ ਜਿਹੜਾ ਜਜੀਆ ਵਸੂਲਿਆ ਜਾ ਰਿਹਾ ਸੀ ਸਿੱਖਿਆ ਵਿਭਾਗ ਵੱਲੋਂ, ਇਹਨੂੰ ਖਤਮ ਕਰਤਾ। ਇਹ ਜਿਹੜਾ 10ਵੀਂ ਤੇ 10+2 ਦੇ ਵਿਦਿਆਰਥੀ ਸੀ ਉਹਨਾਂ ਨੂੰ ਬਹੁਤ ਵੱਡੀ ਰਾਹਤ ਆ, ਖਾਸ ਕਰ ਜਿਹੜੇ ਲੋਕ ਆਰਥਿਕ ਪੱਖੋਂ ਕਮਜ਼ੋਰ ਸੀ, ਨਹੀਂ ਦੇ ਸਕਦੇ ਸੀ। ਇਹ ਇੱਕ ਵੱਡੀ ਰਾਹਤ ਕੀਤੀ ਹੈ। ਮੈਂ ਆਪਣੇ ਮਾਧਿਅਮ ਦੇ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਹਨਾਂ ਦੇ ਸਿੱਖਿਆ ਮੰਤਰੀ ਗੁਰਵੀਰ ਸਿੰਘ ਮੀਤਹਿਰ ਜੀ ਤੇ ਹੋਰਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਸਾਹ ਸੌਖਾ ਕੀਤਾ, ਇੱਕ ਰਹਿਤ ਕੀਤੀ ਹੈ। ਚੰਗੀ ਗੱਲ ਹੈ ਇਹ ਜਿਹੜਾ ਫੈਸਲਾ ਕੀਤਾ ਗਿਆ। ਜੀ ਢਿੱਲੋਂ ਜੀ, ਉੱਥੇ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਸਿੱਖਿਆ ਮੰਤਰੀ ਦੀ ਕੋਠੀ ਦੇ ਸਾਹਮਣੇ ਧਰਨਾ ਦੇਣ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ। ਇਹ ਅਧਿਆਪਕ ਜਿਹੜੇ ਉੱਥੇ ਧਰਨਾ ਦੇਣ ਗਏ ਨੇ ਜੀ, ਇਹ ਵਿਭਾਗੀ ਤੌਰ ਤੇ ਛੁੱਟੀ ਲੈ ਕੇ ਗਏ ਨੇ। ਉਹ ਕਹਿੰਦੇ ਛੁੱਟੀ ਹੁੰਦੀ ਹੈ, ਕਿਸੇ ਘਰੇਲੂ ਕੰਮ ਜਾਣਾ ਜਾਂ ਕਿਤੇ ਹੋਰ ਜਾਣਾ ਹੈ। ਤੁਸੀਂ ਸਰਕਾਰ ਨਾਲ ਚਤਰਾਈਆਂ ਕਰਦੇ ਹੋ, ਤੁਸੀਂ ਸਰਕਾਰ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਹੋ। ਸੋ ਇਹ ਉਸ ਤਰ੍ਹਾਂ ਦੀ ਗੱਲ ਹੈ। ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈਗਾ ਕਿ ਦੀਵਾ ਸੋਹਣਿਆ ਦਿਨੇ ਹੀ ਬੂਹੇ ਵਾਲ ਕੇ, ਸਾਡਾ ਕੁੱਢਣ ਦੇ ਵਾਂਗੂ ਦਿਲ ਸਾੜ ਕੇ ਤੂੰ ਆਪ ਮਨੇ ਆਈਆਂ ਕਰਦਾ, ਨਿਤ ਨਵਿਆਂ ਯਾਰਾਂ ਤੋਂ ਖੈਰਾਂ ਮੰਗ ਕੇ ਤੂੰ ਸਾਨੂੰ ਚਤੁਰਾਈਆਂ ਕਰਦਾ। ਇਹ ਸਰਕਾਰ ਨੇ ਜਿਹੜੀਆਂ ਚਤੁਰਾਈਆਂ ਕੀਤੀਆਂ ਸੀ ਨਾ, ਸਿੱਖਿਆ ਵਿਭਾਗ ਨੇ ਇਹਨਾਂ ਮਾਸਟਰਾਂ ਨੂੰ ਕਿਹਾ ਕਿ ਛੁੱਟੀਆਂ ਲੈ ਕੇ ਚਤੁਰਾਈ ਸਾਡੇ ਨਾਲ ਕਰਦੇ ਹੋ। ਬਿਲਕੁਲ ਜੀ। ਸੋ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਦੇ ਸਹਾਇਕ ਡਾਇਰੈਕਟਰ ਹੈ, ਵਧੀਕ ਡਾਇਰੈਕਟਰ ਹੈ, ਉਹਨਾਂ ਨੇ ਪੱਤਰ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲਿਖਤਾ ਕਿ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਹਦਾ ਜਿਹੜੀਆਂ ਇਹ ਅਧਿਆਪਕ ਜਥੇਬੰਦੀਆਂ ਨੇ ਉਹਨਾਂ ਨੇ ਬੁਰਾ ਵੀ ਬਣਾਇਆ ਹੈ ਜੀ। ਉਹ ਕਹਿੰਦੇ ਵੀ ਅਸੀਂ ਤਾਂ ਕਰਾਂਗੇ, ਜੇ ਕਰੋਗੇ ਤਾਂ ਸਰਕਾਰ ਨੇ ਕੋਈ ਹੋਰ ਕਦਮ ਲੈ ਲੈਣਾ ਹੈ। ਇਹਦੀ ਥਾਂ ਦੇ ਉੱਤੇ ਜਿਹੜੀਆਂ ਤੁਹਾਡੀਆਂ ਮੰਗਾਂ ਨੇ, ਅਜੇ ਸਰਕਾਰ ਨਵੀਂ ਬਣੀ ਹੈ, ਤੁਸੀਂ ਅੱਜ ਹੀ ਜਾ ਕੇ ਉੱਥੇ ਧਰਨਿਆਂ ਤੇ ਬੈਠ ਗਏ ਹੋ, ਅਜੇ ਤਾਂ ਦਿਨ 20 ਹੋਏ ਨੇ ਤੇ 5 ਸਾਲ ਅਸੀਂ ਕਿਵੇਂ ਕੱਢੇ। ਪਹਿਲਾ ਚੱਕਰ ਇਹ ਸੀ ਸਰਕਾਰ ਨਵੀਂ ਹੈ ਜੀ, ਸਰਕਾਰ ਦੇ ਅਧਿਆਪਕ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਗੱਲ ਕਰੋ, DPI ਨਾਲ ਗੱਲ ਕਰੋ, ਸਿੱਖਿਆ ਮੰਤਰੀ ਨੂੰ ਤੁਸੀਂ ਮੈਮੋਰੰਡਮ ਵੀ ਦੇਤਾ, ਉਡੀਕ ਕਰੋ। ਅਜੇ ਸਰਕਾਰ ਨੇ ਗੋੜੇ 'ਚੋਂ ਪੂਣੀ ਨਹੀਂ ਕੱਤੀ, ਤੁਸੀਂ ਪਹਿਲਾਂ ਹੀ ਕਹੀ ਜਾਂਦੇ ਹੋ ਕਿ ਅਸੀਂ ਤਾਂ ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ। ਸੋ ਇਸ ਤਰ੍ਹਾਂ ਨਾ ਕਰੋ, ਤੁਹਾਡੀਆਂ ਮੰਗਾਂ ਜਾਇਜ਼ ਨੇ ਪਰ ਸਰਕਾਰ ਨੂੰ ਸਮਾਂ ਦਿਓ। ਬਿਲਕੁਲ। ਜੇ ਸਰਕਾਰ ਨਹੀਂ ਕਰੇਗੀ ਧਰਨੇ ਦੇਣ ਵਾਸਤੇ ਤਾਂ ਵਾਧੂ ਸਮਾਂ ਪਿਆ, ਜਦੋਂ ਮਰਜ਼ੀ ਦੇ ਲਿਓ। ਪਰ ਸ਼ੁਰੂਆਤੀ ਦੌਰ ਦੇ ਵਿੱਚ ਸਰਕਾਰ ਨਾਲ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਜੀ, ਗੱਲ ਕੀਤੀ ਜਾਵੇ ਰਜਿੰਦਰਾ ਹਸਪੀਟਲ ਦੀ ਤਾਂ ਦੇਖਿਆ ਜਾਂਦਾ ਕਿਤੇ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਜ਼ਰੂਰ ਬਣ ਜਾਂਦੀ ਹੈ। ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਰਜਿੰਦਰਾ ਹਸਪਤਾਲ ਦੀ ਟੈਸਟ ਲੈਬੋਰਟਰੀ ਦੇ ਵਿੱਚ ਕਿੱਟਾਂ ਦੀ ਘਾਟ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਇਹ ਜਿਹੜੇ ਜਾ ਕੇ ਰਜਿੰਦਰਾ ਹਸਪਤਾਲ ਦੇ ਵਿੱਚ ਗਿੜੇ ਮਾਰਦੇ ਸੀ ਕਿ ਦੱਸੋ ਸਾਨੂੰ ਇੱਥੇ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਉਹਨਾਂ ਨੂੰ ਪੁੱਛੋ ਕਿ ਜੇ ਉੱਥੇ ਕਿੱਟਾਂ ਦੀ ਘਾਟ ਹੈ ਇਹ ਟੈਸਟ ਕਿਵੇਂ ਹੋਣਗੇ। ਲੋਕਾਂ ਦੇ ਵਿੱਚ ਇੱਕ ਚਰਚਾ ਹੈ ਰੀਨਾ ਜੀ ਕਿ ਜਿਹੜੇ ਪ੍ਰਾਈਵੇਟ ਲੈਬੋਰਟਰੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਟੈਸਟ 100 ਰੁਪਏ ਦਾ ਹੁੰਦਾ ਹੈ ਜੀ, ਉਹ ਰਜਿੰਦਰਾ ਹਸਪਤਾਲ ਦੇ ਵਿੱਚ 50 ਜਾਂ 60 ਚ ਹੁੰਦਾ ਹੈ। ਇੱਕ ACR ਦਾ ਟੈਸਟ ਹੈ 300 ਰੁਪਏ ਦਾ ਹੁੰਦਾ ਬਾਹਰਲੀ ਲੈਬੋਰਟਰੀ 'ਚ, ਉੱਥੇ ਉਹ 100 ਰੁਪਏ ਦਾ ਹੁੰਦਾ। ਕਿਤੇ ਇਹ ਮਿਲੀ ਭੁਗਤ ਨਾਲ ਤਾਂ ਨਹੀਂ ਉੱਥੋਂ
ਸਮਾਨ ਖਤਮ ਕੀਤਾ ਜਾਂਦਾ ਕਿ ਲੋਕ ਬਾਹਰ ਜਾ ਕੇ ਲੁੱਟ ਕਰਾਉਣ। ਬਿਲਕੁਲ ਜੀ। ਇਹਦੇ ਬਾਰੇ ਜਿਹੜੇ ਉਹਨਾਂ ਦੇ ਡਿਪਟੀ ਸੁਪਰਡੈਂਟ ਨੇ ਡਾਕਟਰ ਬੀ ਡੰਗਵਾਲ, ਬੜਾ ਇਮਾਨਦਾਰ ਚਿਹਰਾ ਹੈ, ਮੈਂ ਨਿੱਜੀ ਤੌਰ ਤੇ ਜਾਣਦਾ, ਆਪਣੇ ਕੰਮ ਦੇ ਵਿੱਚ ਮਹਾਰਤ ਬਹੁਤ ਹੈ। ਉਹ ਲੋਕ, ਉਹਨਾਂ ਨੇ ਕੱਲ੍ਹ ਕਿਹਾ ਕਿ ਅਸੀਂ ਸਰਕਾਰ ਨੂੰ ਲਿਖ ਕੇ ਭੇਜਤਾ, ਇਹ ਜਲਦੀ ਘਾਟਾਂ ਪੂਰੀਆਂ ਕਰਾਂਗੇ। ਪਿਛਲੇ ਦਿਨੀ ਸਾਡੇ ਸਿੱਖਿਆ ਮੰਤਰੀ, ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਆ ਕੇ ਗਏ ਨੇ। ਉਹਨਾਂ ਨੇ ਮੈਡੀਕਲ ਸੁਪਰਡੈਂਟ, ਡਿਪਟੀ ਮੈਡੀਕਲ ਸੁਪਰਡੈਂਟ, ਪ੍ਰਿੰਸੀਪਲ, ਡਾਇਰੈਕਟਰ ਵਗੈਰਾ ਨਾਲ ਗੱਲ ਕੀਤੀ ਸੀ ਜੀ, ਔਰ ਉਹ ਵਿਸ਼ਵਾਸ ਦੇ ਕੇ ਗਏ ਸੀ ਕਿ ਇਹ ਜਿੰਨੀਆਂ ਘਾਟਾਂ ਨੇ ਇਸ ਹਸਪਤਾਲ ਦੇ ਵਿੱਚ, ਨੇੜ ਭਵਿੱਖ ਦੇ ਵਿੱਚ ਇਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਹ ਖੁਦ ਡਾਕਟਰ ਨੇ, ਭਾਵੇਂ ਦੰਦਾਂ ਦੇ ਹੀ ਨੇ, ਪਰ ਉਹਨਾਂ ਨੂੰ ਇਹਦੇ ਬਾਰੇ ਪਤਾ ਤਾਂ ਹੈ ਨਾ ਜੀ। ਉਮੀਦ ਕਰਨੀ ਚਾਹੀਦੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਇਹਦੀ ਨੁਹਾਰ ਹੈ ਜਿਹੜੀ ਉਹ ਬਦਲੀ ਜਾਵੇਗੀ ਜੀ। ਸੋ ਇਸ ਦੇ ਨਾਲ ਹੀ ਢਿੱਲੋਂ ਜੀ ਗੱਲਬਾਤ ਕਰਾਂਗੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ। ਲਗਾਤਾਰ ਇਹ ਮਾਮਲਾ ਖੂਬ ਗਰਮਾਇਆ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਹਰਸਿਮਰਤ ਕੌਰ ਬਾਦਲ ਦੀ, ਤਾਂ ਉਹਨਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਲੋਕ ਸਭਾ ਦੇ ਵਿੱਚ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮੁੱਦਾ ਚੁੱਕਿਆ। ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਨੇ ਕਿ ਬੀਬੀ ਜੀ ਦੇ ਅਕਲ ਦਾੜ ਹੁਣ ਕਿਉਂ ਆਈ ਹੈ ਜਦੋਂ ਸਰਕਾਰ ਚੋਂ ਬਾਹਰ ਨਿਕਲ ਗਏ। ਉਹ ਲੋਕ ਕਹਿੰਦੇ ਨੇ ਕਿ ਜਿਹੜਾ ਅਕਾਲੀ ਦਲ ਹੈ ਜੀ, ਜਦੋਂ ਇਹ ਸੱਤਾ ਚੋਂ ਬਾਹਰ ਜਾਂਦਾ ਫਿਰ ਇਹਨਾਂ ਨੂੰ ਪੰਥ ਯਾਦ ਆ ਜਾਂਦਾ ਹੈ। ਠੀਕ ਹੈ, ਮੁੱਦਾ ਉਠਾਇਆ, ਮੈਂ ਸਵਾਗਤ ਕਰਦਾ, ਬਹੁਤ ਚੰਗੀ ਗੱਲ ਹੈ। ਪਰ ਬੀਬੀ ਜੀ ਆਪਾਂ 7 ਸਾਲ ਮੰਤਰੀ ਰਹੇ। ਬਿਲਕੁਲ ਜੀ। ਇਹ ਸਜ਼ਾ ਦਵਿੰਦਰਪਾਲ ਸਿੰਘ ਭੁੱਲਰ ਨੇ ਅੱਜ ਪੂਰੀ ਕੀਤੀ ਹੈ, ਉਦੋਂ ਤੁਹਾਨੂੰ ਯਾਦ ਵੀ ਨਹੀਂ ਆਇਆ। ਕਾਨੂੰਨ ਬਣੇ, ਖੁਦ ਦਸਤਖਤ ਕੀਤੇ ਨੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ, ਤੇ ਅੱਜ ਤੁਸੀਂ ਕਹਿੰਦੇ ਹੋ ਸਾਡੇ ਨਾਲ ਧੋਖਾ ਕਰਕੇ ਸਾਨੂੰ ਤਾਂ ਦੱਸਿਆ ਹੀ ਨਹੀਂ ਗਿਆ। ਇਹ ਕਿਹਦਾ ਬੇਵਕੂਫ ਬਣਾਉਂਦੇ ਹੋ? ਜਦੋਂ ਤੁਸੀਂ ਮੰਤਰੀ ਮੰਡਲ ਦੇ ਵਿੱਚ ਬੈਠ ਗਏ, ਤੁਸੀਂ ਦਸਤਖਤ ਕੀਤੇ ਜਾਂ ਨਾ ਕੀਤੇ, ਤੁਹਾਡੀ ਸ਼ਮੂਲੀਅਤ ਮੰਨੀ ਜਾਂਦੀ ਹੈ। ਜੇ ਕਿਸੇ ਨੇ ਵਿਰੋਧ ਕਰਨਾ ਹੈ ਤਾਂ ਉਹ ਵਿਰੋਧ ਬਕਾਇਦਾ ਕਾਰਵਾਈ ਰਜਿਸਟਰ ਦੇ ਵਿੱਚ ਦਰਜ ਕਰਾਉਣਾ ਪੈਂਦਾ ਹੈ ਜੀ। ਜੇ ਤੁਸੀਂ ਮੰਨ ਲਿਆ, ਤੁਹਾਡੀ ਗੱਲ ਮੰਨ ਲਈ ਕਿ ਤੁਸੀਂ ਉੱਥੇ ਵਿਰੋਧ ਨਹੀਂ ਕੀਤਾ ਸੀ, ਵਿਰੋਧ ਕੀਤਾ ਸੀ, ਤੇ ਫਿਰ 5 ਜੂਨ 2020 ਤੋਂ ਲੈ ਕੇ ਸਤੰਬਰ ਤੱਕ ਧਮੱਚੜ ਕਿਉਂ ਪਾਇਆ? ਤੁਸੀਂ ਆਪਣੇ ਪਤੀ ਪਰਮੇਸ਼ਰ ਤੋਂ ਵੀ ਕਹਾਇਆ ਤੇ 94 ਸਾਲ ਦੇ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਕਹਾ ਤਾ ਕਿ ਇਹ ਕਾਨੂੰਨ ਤਾਂ ਬੜੇ ਵਧੀਆ ਬਣਾਏ ਨੇ ਮੋਦੀ ਸਾਹਿਬ ਨੇ। ਫਿਰ ਬਾਅਦ ਦੇ ਵਿੱਚ ਲੋਕਾਂ ਦੇ ਵਿਰੋਧ ਵਿੱਚ ਤੁਹਾਨੂੰ ਵਿਰੋਧ ਕਰਨਾ ਪਿਆ। ਤੁਸੀਂ ਮੁੱਦਾ ਉਠਾਇਆ, ਚੰਗੀ ਗੱਲ ਹੈ, ਪਰ ਇਹ ਮੁੱਦਾ ਮੰਤਰੀ ਮੰਡਲ 'ਚ ਉਠਾਉਂਦੇ, ਉਦੋਂ ਵਕਤ ਵੱਧ ਪੈਂਦੀ। ਅੱਜ ਲੋਕਾਂ ਨੇ ਕਮੈਂਟ ਪਾਏ ਹੋਏ ਨੇ ਜਿੱਥੇ ਬੀਬੀ ਜੀ ਬੋਲ ਰਹੇ ਨੇ ਕਿ ਹੁਣ ਇਹਨਾਂ ਨੂੰ ਕਿਵੇਂ ਯਾਦ ਆ ਗਈ। ਕਿਉਂ? ਹੁਣ ਇਹ ਸਿੱਖ ਮੁੰਡੇ ਉਭਾਰ ਕੇ ਦੁਬਾਰਾ ਆਪਦੇ ਮੂੰਹ ਤੇ ਪੰਥਕ ਮਖੌਟਾ ਫੇਰ ਪਾਉਣਾ ਚਾਹੁੰਦੇ ਨੇ ਜੀ। ਲੋਕ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਇਹ ਚੰਡੀਗੜ੍ਹ ਹੋਇਆ, ਪੰਜਾਬੀ ਬੋਲਦੇ ਇਲਾਕੇ ਬਾਦਲ ਸਾਹਿਬ ਨੂੰ ਉਦੋਂ ਯਾਦ ਆਉਂਦੇ ਆ ਜਦੋਂ ਸੱਤਾ 'ਚ ਨਾ ਹੋਣ, ਤੇ ਜੋ ਸੱਤਾ 'ਚ ਹੁੰਦੇ ਆ ਇਹਨਾਂ ਨੂੰ ਧੂਬ ਦੇ ਕੇ ਠੰਡੇ ਬਸਤੇ 'ਚ ਪਾ ਦਿੰਦੇ ਨੇ। ਇਹ ਮੁੱਦਾ ਆਪਣੇ ਆਪ ਦੇ ਵਿੱਚ ਗੰਭੀਰ ਹੈ। ਬਿਲਕੁਲ ਜੀ। 2 ਸਾਲ ਪਹਿਲਾਂ ਜਦੋਂ ਨਰਿੰਦਰ ਮੋਦੀ ਸਾਹਿਬ ਗੁਰੂ ਸਾਹਿਬ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਤੇ ਇਹ ਐਲਾਨ ਕਰਕੇ ਗਏ ਸੀ ਕਿ ਬੰਦੀ ਸਿੱਖਾਂ ਦੀ ਰਿਹਾਈ ਹੋਊਗੀ, ਦੱਸਦੀ ਸੀ ਸ਼ਾਇਦ, ਤੇ ਉਦੋਂ ਬਾਅਦ ਤੁਸੀਂ ਕਿਉਂ ਨਾ ਮੰਤਰੀ ਮੰਡਲ 'ਚ ਉਠਾਇਆ ਵੀ ਮੋਦੀ ਸਾਹਿਬ ਤੁਸੀਂ ਉੱਥੇ ਅਨਾਉਂਸਮੈਂਟ ਕਰਕੇ ਆਏ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਇਹਨੂੰ ਪੂਰਾ ਕਰੋ। ਉਦੋਂ ਇਸ ਕਰਕੇ ਚੁੱਪ ਸੀ ਵੀ ਕਿਤੇ ਮੋਦੀ ਸਾਹਿਬ ਮੰਤਰੀ ਮੰਡਲ ਤੋਂ ਬਾਹਰ ਨਾ ਕੱਢ ਦੇਣ। ਲੋਕਾਂ 'ਚ ਚਰਚਾ ਹੈ ਕਿ ਜਿਹੜਾ ਫੂਡ ਪ੍ਰੋਸੈਸਿੰਗ ਮਹਿਕਮਾ ਇੱਕ ਛੋਟੀ ਜਿਹੀ ਪਊਆ ਕਿਵੇਂ ਕਿ ਵਜ਼ੀਰੀ ਹੈ, ਇਹ ਤੋਂ ਵੱਧ ਕੁਛ ਨਹੀਂ। ਸੋ ਜੇ ਅੱਜ ਕਹਿੰਦੇ ਆ ਕਿ ਬੇਲੇ ਦੇ ਰਾਹ ਕਬੇਲੇ ਦੀਆਂ ਟੱਕਰਾਂ, ਜੇ ਉਦੋਂ ਤੁਸੀਂ ਮੰਤਰੀ ਮੰਡਲ ਹੁੰਦਿਆਂ ਮੰਤਰੀ ਮੰਡਲ ਦੇ ਵਿੱਚ ਚੱਕਦੇ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਆ ਪੰਜਾਬ ਦੀ ਧਰਤੀ ਤੇ ਜਾ ਕੇ ਉਸ ਗੁਰੂ ਦੇ 550 ਸਾਲਾ ਜਿਹਦਾ ਪ੍ਰਕਾਸ਼ ਦਿਹਾੜਾ ਬਣ ਰਿਹਾ ਹੈ,
ਔਰ ਸਿੱਖ ਧਰਮ ਦੇ ਬਾਨੀ ਨੇ ਉਹਨਾਂ ਦੇ ਸਮਾਗਮ 'ਚ ਤੁਸੀਂ ਅਨਾਉਂਸਮੈਂਟ ਕੀਤੀ ਹੈ, ਇਹਨੂੰ ਪੂਰਾ ਕਰੋ। ਤੇ ਜੋ ਉਦੋਂ ਕਰਾਇਆ ਹੁੰਦਾ ਅੱਜ ਤੁਹਾਨੂੰ ਇਹ ਕਹਿਣ ਦੀ ਜ਼ਰੂਰਤ ਨਾ ਪੈਂਦੀ, ਔਰ ਤੁਸੀਂ ਇਹ ਸਿਹਰਾ ਵੀ ਤੁਹਾਡੇ ਸਿਰ ਤੇ ਜਾਂਦਾ। ਪਰ ਖੁੰਝ ਗਏ, ਉਦੋਂ ਕੁਰਸੀ 'ਚ ਉਲਝੇ ਰਹੇ। ਜੀ ਢਿੱਲੋਂ ਜੀ, ਰਾਜ ਸਭਾ ਦੇ ਚੇਅਰਮੈਨ ਦੇ ਵੱਲੋਂ ਚੰਡੀਗੜ੍ਹ ਮਤੇ ਦੇ ਬਾਰੇ ਚਰਚਾ ਕਰਵਾਉਣ ਤੋਂ ਨਾ ਕੀਤੀ ਹੈ। ਕੱਲ ਇਸ ਮਾਮਲੇ ਦੇ ਵਿੱਚ ਜਿਹੜੇ ਸਾਡੇ ਉਪ ਰਾਸ਼ਟਰਪਤੀ ਨੇ ਤੇ ਰਾਜ ਸਭਾ ਦੇ ਚੇਅਰਮੈਨ ਨੇ ਸ਼੍ਰੀ ਵੈਂਕਟਈਆ ਨਾਇਡੂ ਸਾਹਿਬ, ਉੱਥੇ ਕੁਝ ਹਰਿਆਣੇ ਨਾਲ ਸੰਬੰਧਿਤ ਰਾਜ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਵਾਲਾ ਮੁੱਦਾ ਉਠਾਉਣਾ ਹੈ। ਨਾਇਡੂ ਸਾਹਿਬ ਨੂੰ ਪਤਾ ਸੀ ਕਿ ਦੂਜੇ ਪਾਸੇ ਇਹਦੇ ਵਿੱਚ ਪੰਜਾਬ ਵਾਲੇ ਵੀ ਨੇ। ਉਹਨਾਂ ਨੇ ਇਹ ਸਵਾਲ ਰਾਜ ਸਭਾ 'ਚ ਉਠਾਉਣ ਤੋਂ ਇਨਕਾਰ ਕਰ ਦਿੱਤਾ ਤੇ ਠੀਕ ਕੀਤਾ ਉਹਨਾਂ ਨੇ। ਜੇ ਰਾਜ ਸਭਾ ਦੇ ਵਿੱਚ ਇਹਨੂੰ ਉਠਾਇਆ ਜਾਂਦਾ ਇਹ ਹੋਰ ਤਰ੍ਹਾਂ ਦੀ ਤੂਲ ਫੜੀ ਜਾਣੀ ਸੀ। ਜੇ ਉਹਨਾਂ ਨੇ ਕੀਤਾ ਤਾਂ ਚੰਗਾ ਕੀਤਾ। ਜੀ ਇਸ ਦੇ ਨਾਲ ਹੀ ਢਿੱਲੋਂ ਜੀ ਗੱਲਬਾਤ ਕਰਦੇ ਹਾਂ ਕਿ ਵਿਸਾਖੀ ਮੌਕੇ ਪੰਥਕ ਆਗੂ ਅਤੇ ਸ਼੍ਰੋਮਣੀ ਕਮੇਟੀ ਸੁਧਾਰ ਲਈ ਯਤਨਸ਼ੀਲ ਮੈਂਬਰ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣਗੇ। ਇਹ ਹੈਗੇ ਨੇ ਕਈ ਸੀਨੀਅਰ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ, ਜਿਹਦੇ ਵਿੱਚ ਮਿੱਠੂ ਸਿੰਘ ਕਾਨੇਕੇ, ਇੱਕ ਹੋਰ ਆਗੂ ਨੇ ਸ਼੍ਰੀ ਬੱਪੀ ਆਣਾ, ਇੱਕ ਹੋਰ ਆਗੂ ਨੇ ਗੁਰਪ੍ਰੀਤ ਸਿੰਘ ਰੰਧਾਵਾ, ਉਹ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ। ਉਸ ਦਿਨ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹ ਉੱਥੇ ਤਾਂ ਕਾਰਜਕਾਰੀ ਨੇ, ਦਮਦਮਾ ਸਾਹਿਬ ਦੇ ਪੂਰੇ ਜਥੇਦਾਰ ਨੇ। ਉੱਥੋਂ ਦਾ ਚਾਰਜ ਉਹਨਾਂ ਕੋਲ ਐਡੀਸ਼ਨਲ ਹੈ ਜੀ, ਇੱਥੇ ਉਹ ਪੂਰੇ ਜਥੇਦਾਰ ਨੇ। ਉਹ ਕਹਿੰਦੇ ਵੀ ਇਹ ਜਿਹੜੀਆਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਊਨਤਾਈਆਂ ਪੈਦਾ ਹੋ ਗਈਆਂ, ਪ੍ਰਬੰਧਾਂ ਦੇ ਵਿੱਚ ਬਹੁਤ ਸਾਰੀਆਂ ਊਨਤਾਈਆਂ ਨੇ, ਉਹਨਾਂ ਨੂੰ ਸੁਧਾਰਿਆ ਜਾਣਾ ਚਾਹੀਦਾ। ਇਹ ਮੰਗਾਂ ਨੂੰ ਲੈ ਕੇ ਉਹ ਮੈਮੋਰੰਡਮ ਮੰਗ ਪੱਤਰ ਜਥੇਦਾਰ ਸਾਹਿਬ ਨੂੰ ਦੇਣਗੇ ਜੀ। ਮੈਂ ਕੱਲ ਵੀ ਟਿੱਪਣੀ ਕੀਤੀ ਸੀ ਕਿ ਪੰਜਾਬੀ ਯੂਨੀਵਰਸਿਟੀ ਦਾ ਇਤਿਹਾਸ ਤੇ ਧਰਮ ਅਧਿਐਨ ਵਿਭਾਗ ਦਾ ਰਲੇਵਾਂ ਕਰਤਾ ਕਿਸੇ ਵੇਲੇ ਪਹਿਲਾਂ ਵੀ ਇਕੱਠਾ ਹੋਇਆ ਕਰਦਾ ਸੀ, ਜੋ ਦੱਸਿਆ ਗਿਆ ਜੀ। ਉਹਦੇ ਵਿੱਚ ਧਾਮੀ ਸਾਹਿਬ ਬੋਲ ਪਏ ਕਿ ਇਹ ਤਾਂ ਬੜਾ ਮਾੜਾ ਕੀਤਾ। ਧਾਮੀ ਸਾਹਿਬ ਜਿਹੜਾ ਮੈਮੋਰੰਡਮ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਚੈਨਲ ਸੰਬੰਧੀ ਦੇ ਕੇ ਆਏ ਨੇ, ਇਹ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ, ਤੁਸੀਂ ਉਸ ਪਾਸੇ ਸੁਧਾਰ ਕਰਨ ਵਾਲੇ ਪਾਸੇ ਤੁਰ ਪਓ। ਹੋਰ ਜਿਹੜੇ ਕਿੰਨੇ ਹੀ ਸਵਾਲ ਸਾਡੇ ਤੇ ਉੱਠ ਰਹੇ ਨੇ, ਉਹਦੇ ਤੇ ਗੁੱਸੇ ਹੋਣ ਦੀ ਥਾਂ ਤੇ ਉਹਦੇ ਹੱਲ ਤਲਾਸ਼ਣ ਵੱਲ ਕੰਮ ਕਰੋ। ਜਿਹੜੀਆਂ ਕਿਤਾਬਾਂ ਹੁਣ ਤੱਕ ਲਿਖੀਆਂ ਗਈਆਂ ਗੁਰੂ ਸਾਹਿਬ ਬਾਰੇ ਭੱਦੀਆਂ ਸ਼ਬਦਾਵਲੀਆਂ ਦੀਆਂ ਜੀ, ਉਹ ਦੇਖੋ ਕਿਹਨੇ ਕੀਤੀਆਂ ਸੀ। ਕੋਈ ਜ਼ਰੂਰਤ ਹੈ ਤੁਹਾਡੇ 'ਚ ਉਹਦੇ ਬਾਰੇ ਕੁਝ ਕਹਿਣ ਦਿਓ। ਜਿਹੜਾ ਉਹ ਬੀਬੀ ਕਿਰਨ ਵਾਲਾ, ਅੱਜ 3 ਸਾਲ ਹੋ ਗਏ, ਤੁਸੀਂ ਤੀਜੇ ਪ੍ਰਧਾਨ ਆ ਗਏ, ਕਹਿੰਦੇ ਇਨਕੁਆਇਰੀ ਭੇਜੀ ਹੈ, ਫਾਈਲ ਪਈ ਹੈ ਪ੍ਰਧਾਨ ਦੇ ਨਾਲ ਦੇ ਕਮਰੇ 'ਚ, ਤੇ ਅਜੇ ਤੱਕ ਉਹ ਲੱਭਿਆ ਨਹੀਂ ਵੀ ਕਿੱਥੇ ਹੈ ਜੀ। ਸੋ ਇਸ ਕਰਕੇ ਮੈਂ ਬੇਨਤੀ ਕਰਾਂ ਕਿ ਪਹਿਲਾਂ ਤੁਸੀਂ ਉਹ ਕੰਮ ਕਰੋ, ਦੂਜੀਆਂ ਥਾਵਾਂ ਤੇ ਦਖਲਅੰਦਾਜ਼ੀ ਨਾ ਦਿਓ। ਇਹ ਜਿਹੜੇ ਮੈਂਬਰ ਨੇ ਇਹ ਹਰ ਹਾਲਤ ਦੇ ਵਿੱਚ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਉੱਥੇ ਜਾ ਕੇ ਦੇਣਗੇ। ਉਹ ਇੱਕ ਗੱਲ ਮੈਂ ਤੁਹਾਨੂੰ ਲਿਖਾਉਣੀ ਭੁੱਲ ਗਿਆ ਜੀ, ਭਾਰਤ ਸਰਕਾਰ ਨੇ 14 ਅਪ੍ਰੈਲ ਨੂੰ ਫੈਸਲਾ ਕਰ ਲਿਆ ਕਿ ਜਦੋਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਨ ਮਨਾਉਣਾ ਹੈ ਜੀ, ਤਾਂ ਪੂਰੇ ਭਾਰਤ ਵਿੱਚ ਉਸ ਦਿਨ ਛੁੱਟੀ ਹੋਵੇਗੀ। ਪੰਜਾਬ ਵਾਲਿਆਂ ਨੂੰ ਦੂਰੀ ਮਿਲ ਜਾਣੀ ਹੈ। 13 ਅਪ੍ਰੈਲ ਵਿਸਾਖੀ ਦੀ ਵੀ, ਤੇ ਅੱਗੇ ਜਿਹੜਾ 14 ਅਪ੍ਰੈਲ ਦੀ ਵੀ ਛੁੱਟੀ ਹੋ ਜਾਣੀ ਹੈ, ਬਸ਼ਰਤੇ ਆ ਕਿਤੇ ਐਤਵਾਰ ਨਾ ਉਹਨਾਂ 'ਚੋਂ ਆਵੇ, ਇਹਨਾਂ ਦੇ ਚਿਹਰੇ ਮਸੋਸੇ ਜਾਣ ਕਿ ਛੁੱਟੀ ਵਾਲੇ ਦਿਨ ਹੀ ਛੁੱਟੀ ਹੋ ਗਈ ਜਾਂ ਉਸ ਤੋਂ ਅਗਲੇ ਦਿਨ ਹੋਇਆ ਕਰਦੀ, ਜ਼ਿਆਦਾ ਵਧੀਆ ਸੀ ਜੀ। ਬਿਲਕੁਲ ਜੀ। ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ, ਧੰਨਵਾਦ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।